टोटी बच्चा हाय हाय टोटी बच्चा हाय हाय टोटी बच्चा हाय हाय ਉਹ ਕਮਲਿਆ ਜਾ ਤੂੰ ਤਾਂ ਮੈਨੂੰ ਡਰਾ ਹੀ ਦਿੱਤਾ ਸੀ। ਤੈਨੂੰ ਡਰਾਉਣ ਲਈ ਤਾਂ ਚਲਾਇਆ ਹੀ। ਕੀ ਮਤਲਬ? ਮਤਲਬ ਮੁੰਡੇ ਕਹਿੰਦੇ ਆ ਬੰਬ 'ਚ ਬੜੀ ਤਾਕਤ ਹੁੰਦੀ ਆ, ਅਸੀਂ ਭਜਾ ਦੇਣਾ ਆਪਣੇ ਦੇਸ਼ ਤੋਂ ਇਹਨਾਂ ਛਾਲਿਆਂ ਨੂੰ। ਉਹ ਕਿੰਨਾ ਸਾਲਿਆਂ ਨੂੰ? ਜਿਹੜੇ ਤੇਰੇ ਯਾਰ ਆ। ਮੇਰੇ ਕਿਹੜੇ ਯਾਰ ਆ? ਉਹੀ ਜਿਹੜੇ ਆਏ ਛੱਤ ਸਮੁੰਦਰੋਂ ਪਾਰ ਆ ਤੇ ਜਿਨ੍ਹਾਂ ਦੇ ਮੂੰਹ ਬਾਂਦਰ ਦੇ ਥੱਲੇ ਮੂੰਹ ਲਾ ਲਿਆ। ਉਹ ਨਹੀਂ, ਉਹਨਾਂ ਨੂੰ ਨਹੀਂ ਭਜਾ ਸਕਦਾ ਕੋਈ। ਅੰਗਰੇਜ਼ ਰਾਜ ਦਾ ਸੂਰਜ ਇੰਨਾ ਵੱਡਾ ਆ, ਜੇ ਇੱਕ ਵਾਰੀ ਚੜ ਗਿਆ ਨਾ ਫੇਰ ਨਹੀਂ ਉਤਰਦਾ। ਉਹ ਨਕਲੀ ਸੂਰਜ ਹੋਣਾ, ਅਸਲੀ ਸੂਰਜ ਨੂੰ ਕੌਣ ਫੜ ਸਕਦਾ ਏ? ਉਹ ਚੱਲ ਛੱਡ ਨਾ ਗੱਲਾਂ ਨੂੰ, ਇੱਧਰ ਆ ਮੇਰਾ ਪੁੱਤ। ਅੱਛਾ ਮੈਨੂੰ ਇਹ ਦੱਸ, ਮੁੰਡੇ ਸਾਥ ਚ ਕੀ ਗੱਲਾਂ ਕਰਦੇ ਸੀ? ਇਹ ਮੈਂ ਫੇਰ ਦੱਸੂ। ਪਹਿਲਾਂ ਇਹ ਕਾਨਾਂ ਦੇ। ਕਿਉਂ ਤੈਨੂੰ ਕਹਦਾ ਮੈਂ? ਤੂੰ ਨਹੀਂ ਰਹਿਣਾ। ਮੈਂ ਕਿਹਦੇ ਕੋਲ ਲੈਣਾ? ਪੁਲਿਸ ਤੋਂ ਗੱਲਾਂ ਦੱਸਣ ਦੇ, ਖਬਰਾਂ ਦੱਸਣ ਦੇ। ਤੇਰੇ ਸਿੱਧੇ ਨੇ। ਓ ਨਹੀਂ ਨਹੀਂ ਨਹੀਂ, ਮੇਰਾ ਛਿੰਦਾ ਇਹੋ ਜੀ ਥਾਂ ਤੇ ਕਵਿਤਾ ਨਹੀਂ ਪੜਦਾ। ਓਏ ਉਹਨੇ ਪੜ੍ਹੀ ਸੀ ਤਾਂ ਭਗਤ ਸਿੰਘ ਦੇ ਕਹਿਣ ਤੇ ਪੜ੍ਹੀ ਸੀ। ਅੱਛਾ, ਇਹਦਾ ਮਤਲਬ ਭਗਤ ਸਿੰਘ ਨੇ ਮੇਰੇ ਘਰ 'ਚ ਹੀ ਅੱਗ ਲਾਤੀ ਆ। ਉਹਦੇ ਪਿੰਡ ਆਉਣ ਦਾ ਤੇ ਮੈਨੂੰ ਪਤਾ ਸੀ, ਪਰ ਮੈਨੂੰ ਪਤਾ ਹੁੰਦਾ ਕਿ ਉਹਨੇ ਮੇਰੇ ਘਰ 'ਚ ਹੀ ਅੱਗ ਲਾਉਣੀ ਆ ਤੇ ਮੈਂ ਉਹਨੂੰ ਪਿੰਡ ਵੜਨ ਤੋਂ ਪਹਿਲਾਂ ਹੀ ਹੱਥ ਕੜੀਆਂ ਲਵਾ ਦੇਣੀਆਂ ਸੀ। ਓਏ ਜੇ ਤੂੰ ਇਸ ਤਰ੍ਹਾਂ ਕਰਦਾ ਜਾਂ ਕੀਤਾ ਹੁੰਦਾ ਤਾਂ ਮੁੰਡਿਆਂ ਤੈਨੂੰ ਪਹਿਲਾਂ ਗੱਡੀ ਚਾੜ ਦੇਣਾ ਈ। ਆਹ ਗੱਡੀ ਚਾਹ ਲੁੱਟ ਪਈ ਆ ਕਿ ਰੋਟੀ ਪਈ ਆ। ਪੁੱਤ ਜਿਹੜੇ ਇਨਕਲਾਬੀ ਹੁੰਦੇ ਆ ਨਾ, ਉਹ ਦੁਸ਼ਮਣ ਨੂੰ ਤੇ ਮਾਫ ਕਰ ਦਿੰਦੇ ਪਰ ਗਦਾਰ ਨੂੰ ਕਦੇ ਮਾਫ ਨਹੀਂ ਕਰਦੇ। ਓਏ ਹਾਂ ਸੱਚ, ਮੁੰਡੇ ਹੋਰ ਗੱਲਾਂ ਕਰਦੇ ਉਹਦੇ ਭਗਤ ਸਿੰਘ ਨੇ ਕਰਤਾਰ ਸਿੰਘ ਸਰਾਭੇ ਦੀ ਗੱਲ ਵੀ ਸੁਣਾਈ ਸੀ ਤੇ ਉਹਦੇ ਕੋਲ ਜੱਲਿਆਂ ਵਾਲੇ ਬਾਗ ਦੀ ਮਿੱਟੀ ਵੀ ਸੀ। ਸਾਰੇ ਮੁੰਡਿਆਂ ਨੇ ਰਲ ਕੇ ਕਸਮ ਖਾਧੀ। ਕਸਮ ਖਾਦੀ ਸੀ? ਹਾਂ। ਅੱਜ ਹਾਂ ਮੇਰਾ ਪੁੱਤ, ਮੈਨੂੰ ਇਹ ਦੱਸ ਮੁੰਡਿਆਂ ਨੇ ਕੀ ਕਸਮ ਖਾਦੀ ਸੀ? ਇਹ ਵੀ ਮੈਂ ਫੇਰ ਦੱਸੂ। ਪਹਿਲਾਂ ਕਾਨਾਂ ਦੇ ਫੇਰ ਆਣਾ ਨਹੀਂ ਜਾਣਾ। ਹਾਂ ਨਹੀਂ ਮੈਂ ਕੋ ਪੱਕਾ ਪੱਕਾ। ਟੋਡੀ ਬੱਚਾ ਹਾਏ ਹਾਏ ਟੋਡੀ ਬੱਚਾ ਹਾਏ ਹਾਏ। ਰੋਣਾ ਬਾ ਇਧਰ ਆ ਲਿਆ ਨਾ। ਤੇ ਮੈਨੂੰ ਇਹ ਦੱਸ ਮੁੰਡਿਆਂ ਨੇ ਕੀ ਕਸਮ ਖਾਦੀ? ਮੁੰਡਿਆਂ ਨੇ ਕਸਮ ਖਾਧੀ ਆ ਕਿ ਜਿੰਨਾ ਚਿਰ ਸਾਡਾ ਦੇਸ਼ ਆਜ਼ਾਦ ਨਹੀਂ ਹੁੰਦਾ ਸਾਡੇ ਚ ਕੋਈ ਵੀ ਵਿਆਹ ਨਹੀਂ ਕਰਾਊਗਾ। ਵਿਆਹ ਨਹੀਂ ਕਰਾਊਗਾ। ਦੇਖ ਲਾਂਗੇ ਦੇਖ ਲਾਂਗੇ। ਅੱਛਾ ਮੈਨੂੰ ਇਹ ਦੱਸ, ਛਿੰਦਾ ਮੇਰਾ ਹੀ? ਨਹੀਂ ਮੇਰਾ ਸੀ। ਓਏ ਸੱਚੋ ਸੱਚ ਦੱਸ, ਛਿੰਦਾ ਮੇਰਾ ਹੀ? ਨਹੀਂ ਗਵਾਂਡੀਆਂ ਦਾ ਸੀ। ਉਹ ਤੇਰਾ ਹੀ ਸੀ। ਆਏ ਇਹਦੀਆਂ ਤਾਂ ਮੈਂ ਭੰਨਦਾ ਘਰ ਜਾ ਕੇ ਲੱਤਾਂ। ਵੱਡਾ ਇਨਕਲਾਬੀ ਬਣਿਆ ਫਿਰਦਾ। ਆਪਣੇ ਛਿੰਦੇ ਦੀ ਵਾਰੀ ਆਈ ਤਾਂ ਕਿੱਦਾਂ ਅੱਗ ਲੱਗ ਗਈ। ਓਏ ਮੈਂ ਵੀ ਕਸਮ ਖਾਧੀ ਆ ਕਿ ਜਿੰਨਾ ਚਿਰ ਮੇਰਾ ਦੇਸ਼ ਆਜ਼ਾਦ ਨਹੀਂ ਹੁੰਦਾ ਮੈਂ ਵੀ ਵਿਆਹ ਨਹੀਂ ਕਰਾਉਂਗਾ, ਭਾਵੇਂ ਕਿਸੇ ਵੀ ਰਾਣੀ ਖਾਨ ਦੀ ਛਾੜੀ ਦਾ ਛਾਪ ਕਿਉਂ ਨਾ ਆ ਜਾਵੇ। ਟੋਡੀ ਬੱਚਾ ਹਾਏ ਹਾਏ ਟੋਡੀ ਬੱਚਾ ਹਾਏ ਹਾਏ ਟੋਡੀ ਬੱਚਾ। ਹੁਣ ਸਾਡਾ ਅਗਲਾ ਕਦਮ ਅਸੈਂਬਲੀ ਹਾਲ ਵਿੱਚ ਬੰਬ ਸੁੱਟਣਾ ਹੈ ਤੇ ਬੋਲਿਆ ਕੰਨਾਂ ਨੂੰ ਆਵਾਜ਼ ਸੁਣਾਉਣੀ ਹੈ। ਇਹਦੇ ਨਾਲ ਨਾਲ ਅਸੀਂ ਆਪਣੀ ਗ੍ਰਿਫਤਾਰੀ ਵੀ ਦਿਆਂਗੇ। ਇਨਕਲਾਬ ਜ਼ਿੰਦਾਬਾਦ। ਓ ਰਾਜ ਗੁਰੂ ਸੁਖਦੇਵ ਭਗਤ ਸਿੰਘ ਅਸੈਂਬਲੀ 'ਚ ਨਾਰੇ ਮਾਰਦੇ, ਅਸੈਂਬਲੀ 'ਚ ਨਾਰੇ ਮਾਰਦੇ। ਓ ਰਾਜ ਗੁਰੂ ਸੁਖਦੇਵ ਭਗਤ ਸਿੰਘ ਅਸੈਂਬਲੀ 'ਚ ਨਾਰੇ ਮਾਰਦੇ, ਅਸੈਂਬਲੀ 'ਚ ਨਾਰੇ ਮਾਰਦੇ, ਅਸੈਂਬਲੀ 'ਚ ਨਾਰੇ ਮਾਰਦੇ, ਅਸੈਂਬਲੀ 'ਚ ਨਾਰੇ ਮਾਰਦੇ। ਇਨਕਲਾਬ ਜ਼ਿੰਦਾਬਾਦ। ਇਨਕਲਾਬ ਜ਼ਿੰਦਾਬਾਦ। ਇਨਕਲਾਬ ਜ਼ਿੰਦਾਬਾਦ। ਇਨਕਲਾਬ ਜ਼ਿੰਦਾਬਾਦ। ਇਨਕਲਾਬ ਜ਼ਿੰਦਾਬਾਦ। Mr. Prosecutor, Yes, my lord. will you please sum up the case? Yes, my lord. ਭਗਤ ਸਿੰਘ ਫਰਮਾਈਏ। ਮੈਂ ਸਿਰਫ ਭਗਤ ਸਿੰਘ ਨਾਲ ਗੱਲ ਕਰ ਰਿਹਾ। ਅੱਜ ਮੇਰਾ ਨਾਮ ਭਗਤ ਸਿੰਘ ਹੈ, ਕੱਲ ਸੁਖਦੇਵ ਤੇ ਪਰਸੋਂ ਰਾਜਗੁਰੂ ਹੋਵੇਗਾ। ਮੇਰਾ ਨਾਮ ਰਾਜਗੁਰੂ ਹੈ, ਕੱਲ ਸੁਖਦੇਵ ਤੇ ਪਰਸੋਂ ਭਗਤ ਸਿੰਘ ਹੋਵੇਗਾ। ਮੇਰਾ ਨਾਮ ਭਗਤ ਸਿੰਘ ਵੀ ਹੈ, ਰਾਜਗੁਰੂ ਵੀ ਤੇ ਸੁਖਦੇਵ ਵੀ। ਵੇਖੋ ਇਹ ਅਦਾਲਤ ਹੈ। ਇਹ ਅਦਾਲਤ ਨਹੀਂ, ਤੁਹਾਡੀ ਦੁਕਾਨ ਹੈ। ਇੱਥੇ ਵੋਟ ਦਾ ਇਨਸਾਫ
ਪਰ ਵੇਚਿਆ ਜਾਂਦਾ ਹੈ ਅੰਨਿਆ। ਸਾਨੂੰ ਇਹੋ ਜਿਹੀ ਅਦਾਲਤ ਤੇ ਬਿਲਕੁਲ ਵੀ ਭਰੋਸਾ ਨਹੀਂ। ਇਹਦਾ ਮਤਲਬ ਕਿ ਤੁਸੀਂ ਮੰਨਦੇ ਹੋ ਕਿ ਬੰਬ ਤੁਸੀਂ ਸੁੱਟਿਆ। ਅਸੀਂ ਕਦੇ ਵੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ। ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਦਾ ਕਿ ਤੁਸੀਂ ਇਹ ਬੰਬ ਕਿਉਂ ਸੁੱਟਿਆ? ਤੇ ਮੈਂ ਤੁਹਾਡੇ ਕੋਲੋਂ ਸਵਾਲ ਪੁੱਛਦਾ ਮੇਰੇ ਕੋਲੋਂ? ਹਾਂ ਕਿ ਕਿਸੇ ਚੀਜ਼ ਤੇ ਬੰਬ ਕਿਉਂ ਸੁੱਟਿਆ ਜਾਂਦਾ ਹੈ? ਉਸ ਚੀਜ਼ ਨੂੰ ਖਤਮ ਕਰਨ ਲਈ, ਤਬਾਹ ਕਰਨ ਲਈ। ਤੇ ਅਸੀਂ ਵੀ ਇਹ ਬੰਬ ਸੁੱਟਿਆ ਹੈ ਇਸ ਪ੍ਰਬੰਧ ਨੂੰ ਖਤਮ ਕਰਨ ਲਈ, ਤਬਾਹ ਕਰਨ ਲਈ। ਕਿਹੜਾ ਪ੍ਰਬੰਧ? ਉਹ ਪ੍ਰਬੰਧ ਵਕੀਲ ਸਾਹਿਬ ਜਿਹਦੇ ਵਿੱਚ 7 ਸਮੁੰਦਰੋਂ ਪਾਰ ਆਏ ਕੁਝ ਲੋਕ ਸਾਡੀਆਂ ਤਕਦੀਰਾਂ ਦੇ ਮਾਲਕ ਬਣੀ ਬੈਠੇ ਨੇ। ਉਹ ਪ੍ਰਬੰਧ ਜਿਹਦੇ ਵਿੱਚ ਜਿਹੜਾ ਮਿਹਨਤ ਕਰਦਾ ਹੈ ਉਹ ਭੁੱਖਾ ਰਹਿੰਦਾ ਹੈ ਤੇ ਜਿਹੜਾ ਕੁਝ ਵੀ ਨਹੀਂ ਕਰਦਾ ਉਹ ਸਾਰੀਆਂ ਨਿਆਮਤਾਂ ਦਾ ਮਾਲਕ ਬਣੀ ਬੈਠਾ ਹੈ। ਇਹੋ ਜਿਹੇ ਪ੍ਰਬੰਧ ਤੇ ਬੰਬ ਕਿਉਂ ਨਾ ਸੁੱਟਿਆ ਜਾਂਦਾ? ਇਹ ਗੱਲ ਤੁਹਾਨੂੰ ਹਸੋਈ ਨਹੀਂ ਲੱਗਦੀ? ਤੁਸੀਂ ਇਹ ਮੰਨਦੇ ਹੋ ਕਿ ਬੰਬ ਤੁਸੀਂ ਸੁੱਟਿਆ ਤੇ ਨਾਲੇ ਦਾਵਾ ਕਰਦੇ ਹੋ ਕਿ ਇਹ ਬੰਬ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਨਹੀਂ ਸੀ ਸੁੱਟਿਆ। ਹਾਂ ਅਸੀਂ ਦਾਵਾ ਕਰਦੇ ਹਾਂ। ਇਹ ਝੂਠ ਹੈ, ਸਰਾਸਰ ਝੂਠ। ਝੂਠ ਸਾਡਾ ਨਹੀਂ ਤੁਹਾਡਾ ਕੀਤਾ ਹੈ। ਸਾਨੂੰ ਬੰਬ ਬਣਾਉਣੇ ਵੀ ਆਉਂਦੇ ਨੇ ਤੇ ਸਾਡੇ ਨਿਸ਼ਾਨੇ ਵੀ ਪੱਕੇ ਨੇ। ਜੇ ਅਸੀਂ ਚਾਹੁੰਦੇ ਤਾਂ ਗੈਲਰੀ 'ਚ ਬੈਠੇ ਸਰ ਸਾਈਮਨ ਦਾ ਆਪਣਾ ਨਿਸ਼ਾਨਾ ਬਣਾ ਸਕਦੇ ਸੀ। ਮਿਲੋਡ, ਇਹ ਦਹਿਸ਼ਤ ਪਸੰਦ ਲੋਕ ਨੇ। ਇਹ ਬੰਬ ਬਣਾਉਂਦੇ ਵੀ ਨੇ ਤੇ ਬੰਬ ਸੁੱਟਦੇ ਵੀ ਨੇ। ਇਹ ਸਰਕਾਰੀ ਖਜ਼ਾਨੇ ਲੁੱਟਦੇ ਨੇ, ਡਾਕ ਲੁੱਟਦੇ ਨੇ। ਤੇ ਅਜੇ ਤੱਕ ਜਿਹੜਾ ਵੀ ਸਾਥੀ ਇਹਨਾਂ ਦਾ ਗ੍ਰਿਫਤਾਰ ਹੋਇਆ ਉਸ ਕੋਲੋਂ ਖਤਰਨਾਕ ਕਿਸਮ ਦੇ ਹਥਿਆਰ ਬਰਾਮਦ ਹੋਏ ਨੇ। ਤੇ ਜੋ ਗੋਲੀ ਸਬ ਪੁਲਿਸ ਇੰਸਪੈਕਟਰ ਸਾਂਡਰਸ ਤੇ ਹਵਲਦਾਰ ਚੰਨਨ ਸਿੰਘ ਨੂੰ ਲੱਗੀ ਸੀ ਉਸੇ ਹੀ ਕਿਸਮ ਦੀ ਗੋਲੀਆਂ ਮਿਲੋਡ ਜੋ ਭਗਤ ਸਿੰਘ ਦੀ ਪਿਸਤੌਲ ਚੋਂ ਮਿਲੀ ਹੈ। ਜਦੋਂ ਤੁਸੀਂ ਨਿਹੱਥੇ ਲੋਕਾਂ ਤੇ ਅਤਿਆਚਾਰ ਕਰਦੇ ਹੋ, ਜ਼ੁਲਮ ਕਰਦੇ ਹੋ ਮਾਸੂਮ ਔਰਤਾਂ ਤੇ ਬੱਚਿਆਂ ਤੇ, ਉਦੋਂ ਕੋਈ ਮੁਕੱਦਮਾ ਨਹੀਂ ਚੱਲਦਾ। ਤੁਹਾਡਾ ਜਨਰਲ ਡਾਇਰ ਜਲਿਆਂਵਾਲੇ ਬਾਗ ਦੇ ਵਿੱਚ ਸੈਂਕੜੇ ਬੇਦੋਸ਼ੇ ਹਿੰਦੁਸਤਾਨੀਆਂ ਦਾ ਕਤਲ ਕਰਦਾ ਹੈ ਤੇ ਤੁਹਾਡੀ ਇਹ ਸਰਕਾਰ ਉਸ ਨੂੰ 20,000 ਪਾਉਂਡ ਦੀਆਂ ਥੈਲੀਆਂ ਪੇਸ਼ ਕਰਦੀ ਹੈ। ਜਦੋਂ ਅਸੀਂ ਆਪਣੇ ਹੱਕਾਂ ਲਈ ਲੜਦੇ ਹਾਂ ਤਾਂ ਸਾਨੂੰ ਦਹਿਸ਼ਤ ਪਸੰਦ ਕਰਾਰ ਦਿੱਤਾ ਜਾਂਦਾ ਹੈ, ਕਿਉਂਕਿ ਸਾਡੇ ਹਿੱਤ ਤੁਹਾਡੇ ਹਿੱਤ ਨਹੀਂ। ਕਿਉਂਕਿ ਅਸੀਂ ਤੈਅ ਕੀਤਾ ਕਿ ਤੁਹਾਡੀਆਂ ਜਿਹੜਾ ਹਿੰਦੁਸਤਾਨ ਚੋਂ ਪੁੱਟ ਕੇ ਸਾਲਵਾਂਗੇ। ਤੁਸੀਂ ਬਰਤਾਨਵੀ ਸਰਕਾਰ ਦੇ ਖਿਲਾਫ ਸਾਜ਼ਿਸ਼ ਕੀਤੀ ਹੈ ਤੇ ਤੁਸੀਂ ਦਹਿਸ਼ਤ ਪਸੰਦ ਹੋ। ਅਸੀਂ ਦੇਸ਼ ਭਗਤ ਹਾਂ। ਤੁਸੀਂ ਆਪਣੇ ਬਾਰੇ ਲੋਕਾਂ ਦੀ ਰਾਏ ਪੜ੍ਹੀ ਹੈ? ਹਾਂ ਪੜ੍ਹੀ ਹੈ। ਦੀਵਾਨ ਚਮਨ ਲਾਲ ਨੇ ਆਖਿਆ ਕਿ ਤੁਸੀਂ ਬੁਜ਼ਦਿਲ ਹੋ ਤੇ ਤੁਸੀਂ ਕਾਇਰਾਵਾਨ ਹਮਲਾ ਕੀਤਾ। ਹਾਂ ਅਸੀਂ ਬੁਜ਼ਦਿਲ ਹਾਂ ਕਿਉਂਕਿ ਅਸੀਂ ਸਿਰਫ ਅਖਬਾਰਾਂ 'ਚ ਬਿਆਨ ਦੇਣ ਵਾਲੇ ਸੂਰਮੇ ਨਹੀਂ ਆ। ਉਹਨਾਂ ਨੇ ਆਖਿਆ ਕਿ ਤੁਸੀਂ ਬੰਬ ਸੁੱਟ ਕੇ ਦੇਸ਼ ਦੇ ਨਾਂ ਨੂੰ ਧੱਬਾ ਲਾਇਆ ਤੇ ਨਾ ਉਹ ਅੰਗਰੇਜ਼ਾਂ ਦੇ ਬੂਟ ਚੱਟ ਚੱਟ ਕੇ ਦੇਸ਼ ਨੂੰ ਕਿਹੜੇ ਚਾਲ ਚੱਲ ਲਗਾ ਰਹੇ ਨੇ। ਲਾਹੌਰ ਦੇ ਟ੍ਰਿਬਿਊਨ ਅਖਬਾਰ ਨੇ ਆਖਿਆ ਕਿ ਤੁਸੀਂ ਸਿਰਫ ਤੇ ਸਿਰਫ ਸ਼ੁਦਾਈਆਂ ਦਾ ਇੱਕ ਟੋਲਾ ਹੋ। ਹਾਂ ਅਸੀਂ ਸ਼ੁਦਾਈ ਹਾਂ ਕਿਉਂਕਿ ਅਸੀਂ ਆਜ਼ਾਦੀ ਦੀ ਲੜਾਈ ਸਿਰਫ ਬਿਆਨ ਦੇ ਕੇ ਲੜਨ ਦੇ ਵਿੱਚ ਯਕੀਨ ਨਹੀਂ ਰੱਖਦੇ। ਹਾਂ ਅਸੀਂ ਸ਼ੁਦਾਈ ਹਾਂ ਕਿ ਅਸੀਂ ਐਕਸ਼ਨ ਕੀਤਾ ਤੇ ਉਹ ਸਿਆਣੇ ਹੋ ਗਏ ਕਿ ਆਪਣੇ ਘਰਾਂ ਵਿੱਚ ਬੈਠੇ ਚਾਹ ਦੀਆਂ ਚੁਸਕੀਆਂ ਲੈ ਰਹੇ ਨੇ। ਤੇ ਵਕੀਲ ਸਾਹਿਬ ਸ਼ਾਇਦ ਤੁਹਾਨੂੰ ਇਸ ਗੱਲ ਦਾ ਪਤਾ ਨਾ ਹੋਵੇ ਕਿ ਇਤਿਹਾਸ ਹਮੇਸ਼ਾ ਸ਼ੁਦਾਈਆਂ ਨੇ ਬਦਲਿਆ ਹੈ। ਤੇ ਜੇ ਤੁਹਾਡੇ ਨਿਮਾਨ ਚਮਨ ਲਾਲ ਉਹਨਾਂ ਨੂੰ ਦੱਸ ਦਿਓ ਕਿ ਅਸੀਂ ਦਾਗ ਲਾਇਆ ਨਹੀਂ, ਦਾਗ ਧੁੱਤਾ ਹੈ। ਇਹ ਤਾਂ ਰੱਬ ਨੇ ਅਸੈਂਬਲੀ 'ਚ ਬੈਠੇ ਲੋਕਾਂ ਨੂੰ ਹੱਥ ਦੇ ਕੇ ਬਚਾ ਲਿਆ, ਨਹੀਂ ਤਾਂ ਤੁਹਾਡੇ ਵਾਲੇ ਤੇ ਕੋਈ ਕਸਰ ਨਹੀਂ। ਸ਼ਾਇਦ ਤੁਸੀਂ ਇਹ ਨਹੀਂ ਜਾਣਦੇ ਕਿ ਜਿਹੜਾ ਬੰਬ ਗੈਲਰੀ ਸੁੱਟਿਆ ਗਿਆ ਸੀ ਉਸ ਵਿੱਚ ਸ਼ਰਰਾ ਨਹੀਂ ਸੀ। ਜੇ ਅਸੀਂ ਚਾਹੁੰਦੇ ਤਾਂ ਅਸੀਂ ਸ਼ਰਰਾ ਭਰ ਵੀ ਸਕਦੇ ਸਾਂ। ਫਿਰ ਦੇਖਦੇ ਕਿਹੜਾ ਤੁਹਾਡਾ ਰੱਬ ਲੋਕਾਂ ਨੂੰ ਹੱਥ ਦੇ ਕੇ ਬਚਾ ਲੈਂਦਾ। ਜੇਕਰ ਬੰਬ ਤੁਸੀਂ ਕਿਸੇ ਨੂੰ ਮਾਰਨ ਲਈ ਨਹੀਂ ਸੀ ਸੁੱਟਿਆ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਇਹ ਬੰਬ ਸੁੱਟਿਆ ਹੀ ਕਿਉਂ ਸੀ? ਓਏ ਕੰਨਾਂ ਨੂੰ ਆਵਾਜ਼ ਸੁਣਾਉਣ ਲਈ। ਬੋਲੇ ਕੰਨ? ਹਾਂ ਇਹ ਸਰਕਾਰ ਦੇ ਬੋਲੇ ਕੰਨ ਜਿਹੜੀ ਸਮਝਦੀ ਹੈ ਕਿ ਸਾਡੇ ਤੇ ਜ਼ੁਲਮ ਕਰਕੇ ਸਾਡੇ ਅੰਦੋਲਨ ਨੂੰ ਰੋਕ ਲਾ ਲੇ। ਕਿ ਲਾਰਡਾਂ ਦੇ ਜ਼ੁਲਮ ਨੇ ਫਰਾਂਸ ਦੇ ਇਨਕਲਾਬ ਨੂੰ ਰੋਕ ਲਿਆ ਸੀ ਕਿ ਰੂਸ ਦੀਆਂ ਕਾਲ ਕੋਠੜੀਆਂ ਖੰਦਕਾਂ ਰੂਸ ਦੇ ਇਨਕਲਾਬ ਦੀ ਜੋਤ ਨੂੰ ਬਚਾ ਸਕੀਆਂ ਸਨ? ਨਹੀਂ। ਤਾਂ ਤੁਸੀਂ ਕੀ ਸਮਝਦੇ ਕਿ ਸਾਡੇ ਤੇ ਸੇਫਟੀ ਐਕਟ ਲਗਾ ਕੇ ਸਾਡੇ ਅੰਦੋਲਨ ਨੂੰ ਰੋਕ ਲਾ ਲੋਗੇ? ਹਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਸੇਫਟੀ ਐਕਟ ਲਗਾ ਕੇ ਲੋਕਾਂ ਨੂੰ ਚੇਤਾਵਨੀ ਦੇਵੇ ਤੇ ਦੇਸ਼ ਨੂੰ ਬਦਅਮਨੀ ਤੋਂ ਬਚਾਏ। ਵਕੀਲ ਸਾਹਿਬ ਤੁਸੀਂ ਕਹਿੰਦੇ ਨਾ ਹਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਲੋਕਾਂ ਨੂੰ ਚੇਤਾਵਨੀ ਦਿੰਦੀ ਰਹੇ, ਤੇ ਉਸੇ ਤਰ੍ਹਾਂ ਹਰ ਇਨਕਲਾਬੀ ਦਾ ਫਰਜ਼ ਬਣਦਾ ਹੈ ਕਿ ਉਹ ਵਾਰ-ਵਾਰ ਬੰਬ ਸੁੱਟ ਕੇ ਇਹ ਸਰਕਾਰ ਨੂੰ ਚੇਤਾਵਨੀ ਦਿੰਦਾ ਰਹੇ। ਵੀ ਤੁਸੀਂ ਬਹੁਤਾ ਚਿਰ ਟਿਕ ਨਹੀਂ ਸਕਦੇ। ਤੁਸੀਂ ਆਪਣੇ ਆਪ ਨੂੰ ਇਨਕਲਾਬੀ ਕਹਿੰਦੇ ਹੋ, ਇਨਕਲਾਬ ਨੂੰ ਆਪਣਾ ਮਕਸਦ ਕਹਿੰਦੇ ਹੋ। ਇਹ ਇਨਕਲਾਬ ਹੋਵੇਗਾ ਕਿ ਇਸ ਤਰ੍ਹਾਂ ਬੰਬ ਸੁੱਟ ਦੇਣ ਨਾਲ ਇਨਕਲਾਬ ਆ ਜਾਏਗਾ? ਵਕੀਲ ਸਾਹਿਬ ਜੇ ਤੁਸੀਂ ਇਹ ਸਵਾਲ ਪੁੱਛਿਆ ਹੀ ਹੈ, ਮੈਂ ਤੁਹਾਨੂੰ ਇਹਦਾ ਜਵਾਬ ਪੂਰੇ ਵਿਸਥਾਰ ਨਾਲ ਦੇਣਾ ਚਾਹੁੰਦਾ ਤਾਂ ਕਿ ਮੇਰੇ ਦੇਸ਼ ਦੇ ਲੋਕ ਵੀ ਸੁਣ ਸਕਣ ਕਿ ਅਸੀਂ ਸਭ ਕੁਝ ਕਿਉਂ ਕੀਤਾ। ਇਨਕਲਾਬ ਦਾ ਮਤਲਬ ਕਿਸੇ ਦੀ ਜਾਨ ਲੈਣਾ ਨਹੀਂ ਹੁੰਦਾ ਤੇ ਨਾ ਹੀ ਇਹ ਬੰਬਾਂ ਬੰਦੂਕਾਂ ਵਾਲਾ ਰਾਹ ਇਨਕਲਾਬ ਕਹਾਉਂਦਾ ਹੈ। ਇਨਕਲਾਬ ਦਾ ਮਤਲਬ ਹੁੰਦਾ ਹੈ ਐਸਾ ਪ੍ਰਬੰਧ ਖਤਮ ਕਰਨਾ ਜਿਹਦੇ ਵਿੱਚ ਇੱਕ ਕਿਸਾਨ ਲੋਕਾਂ ਲਈ ਅੰਨ ਪੈਦਾ ਕਰਦਾ ਹੈ ਪਰ ਆਪ ਭੁੱਖਾ ਰਹਿੰਦਾ ਹੈ, ਜਿਹਦੇ ਵਿੱਚ ਇੱਕ ਜੁਲਾਹਾ ਲੋਕਾਂ ਲਈ ਕੱਪੜਾ ਬੁਣਦਾ ਹੈ ਪਰ ਆਪ ਨੰਗਾ ਰਹਿੰਦਾ ਹੈ, ਜਿਹਦੇ ਵਿੱਚ ਇੱਕ ਮਜ਼ਦੂਰ ਸਿਰ ਤੇ ਇੱਟਾਂ ਢੋ ਢੋ ਕੇ ਲੋਕਾਂ ਲਈ ਮਹਿਲ ਉਸਾਰਦਾ ਹੈ ਪਰ ਆਪ ਉਹਦੇ ਸਿਰ ਤੇ ਛੱਤ ਨਹੀਂ ਹੁੰਦੀ।
ऐसा अन्याय वाला समाज खत्म करके न्याय वाला समाज बनाना इनकलाब तो होता है वकील साहब। ਇਹ ਨਿਆਂ ਵਾਲਾ ਸਮਾਜ ਖਤਮ ਹੋਵੇ ਨਾ ਹੋਵੇ, ਪਰ ਜਿਹੜਾ ਕਦਮ ਤੁਸੀਂ ਚੁੱਕਿਆ ਨਾ, ਤੁਸੀਂ ਜ਼ਰੂਰ ਖਤਮ ਹੋ ਜਾਓਗੇ। ਕੀ ਹੋਇਆ ਜੇ ਅਸੀਂ ਖਤਮ ਹੋ ਗਏ ਤਾਂ ਆਪਣੇ ਅਰਮਾਨ ਪੂਰੇ ਕਰਨ ਲਈ ਅਸੀਂ ਹਰ ਦੁੱਖ ਨੂੰ ਜੀਆਂ ਆਖਾਂਗੇ। ਇਨਕਲਾਬ ਦੀ ਬੇਟੀ ਤੇ ਅਸੀਂ ਆਪਣੀ ਜਾਨ ਆਹੂਤੀ ਲਈ ਲੈ ਆਂਦੀ ਹੈ। ਇਸ ਕਾਰਜ ਲਈ ਕੋਈ ਵੀ ਕੁਰਬਾਨੀ ਵੱਡੀ ਨਹੀਂ। ਕੁਝ ਹੋਰ ਪੁੱਛਣਾ ਚਾਹੋਗੇ? ਜੇਕਰ ਤੁਸੀਂ ਆਪਣਾ ਜ਼ੁਲਮ ਕਬੂਲ ਕਰਦੇ ਹੋ ਤਾਂ ਮੇਰੇ ਪੁੱਛਣ ਦੀ ਗੁੰਜਾਇਸ਼ ਹੀ ਨਹੀਂ ਰਹਿ ਜਾਂਦੀ। ਗੁੰਜਾਇਸ਼ ਹੈ ਵਕੀਲ ਸਾਹਿਬ, ਗੁੰਜਾਇਸ਼ ਹੈ। ਤੁਸੀਂ ਲੋਕ ਸਾਡੇ ਦੇਸ਼ ਦੇ ਵਿੱਚ ਲੁਟੇਰਿਆਂ ਵਾਂਗ ਦਾਖਲ ਹੋਏ, ਸਾਡੀ ਮਹਿਮਾਨ ਨਿਵਾਜ਼ੀ, ਸਾਡੇ ਭੋਲੇਪਨ ਦਾ ਗਲਤ ਫਾਇਦਾ ਉਠਾਇਆ। ਸਾਡਾ ਦੇਸ਼ ਜਿਸ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਅੱਜ ਗਰੀਬ ਤਰੀਨ ਮੁਲਕਾਂ ਵਿੱਚ ਗਿਣਿਆ ਜਾਂਦਾ ਹੈ। ਇੱਥੇ ਅੰਨ ਦੇ ਭੰਡਾਰ ਹੁੰਦੇ ਸਨ, ਪਰ ਅੱਜ ਮਿੱਟੀ ਹੁੰਦੀ ਹੈ। ਢਾਕੇ ਦੀ ਮਲਮ ਓਨਲੀ ਫਰਿਸ਼ਤੇ ਵੀ ਤੱਕਦੇ। ਤੁਸੀਂ ਉਹਨਾਂ ਕਾਰੀਗਰਾਂ ਦੀਆਂ ਉਂਗਲਾਂ ਖਵਾ ਦਿੱਤੀਆਂ। ਲਾਹਨਤ ਹੈ ਤੁਹਾਡੀ ਕੱਤੀ ਸੋਚ ਤੇ, ਤੁਹਾਡੀ ਤਹਿਜ਼ੀਬ ਤੇ। ਤੁਸੀਂ ਫੈਕਟਰੀਆਂ ਦੇ ਵਿੱਚ ਭੁੱਖ ਪਾ ਦਿੱਤੀ, ਤੁਸੀਂ ਖੇਤਾਂ ਦੇ ਵਿੱਚ ਫੋਕਾ ਪਾ ਦਿੱਤਾ। ਤੁਸੀਂ ਇੱਥੋਂ ਦੇ ਰਜਵਾੜਿਆਂ ਨੂੰ ਪਹਾੜੇ ਦੇ ਟੱਟੂਆਂ ਵਾਂਗ ਪਾਲਿਆ ਤਾਂ ਕਿ ਇਹ ਸਦਾ ਰਿਆਇਆ ਨੂੰ ਕੁਚਲਦੇ ਰਹਿਣ। ਤੁਸੀਂ ਸਾਡੀ ਫੌਜ ਡੱਕਰੇ ਡੱਕਰੇ ਕਰ ਦਿੱਤੀ। ਸਿੱਖਾਂ ਨੂੰ ਜਾਟਾਂ ਤੋਂ ਪਾੜਿਆ, ਜਾਟਾਂ ਨੂੰ ਪਠਾਨਾਂ ਤੋਂ, ਪਠਾਨਾਂ ਨੂੰ ਰਾਜਪੂਤਾਂ ਤੋਂ ਤੇ ਰਾਜਪੂਤਾਂ ਨੂੰ ਮਰਾਠਿਆਂ ਤੋਂ। ਇਹਨਾਂ ਸਾਰਿਆਂ ਨੂੰ ਬਹਾਦਰੀ ਦੇ ਤਗਮੇ ਦਿੱਤੇ ਤਾਂ ਕਿ ਇਹ ਸਦਾ ਹੀ ਰਿਆਇਆ ਨੂੰ ਕੁਚਲਦੇ ਰਹਿਣ ਤੇ ਕਦੀ ਵੀ ਇੱਕ ਝੰਡੇ ਹੇਠ ਇਕੱਠੇ ਨਾ ਹੋ ਸਕਣ। ਤਾਂ ਵਕੀਲ ਸਾਹਿਬ, ਅਸੀਂ ਇਸੇ ਕਰਕੇ ਇਨਕਲਾਬ ਦਾ ਰਸਤਾ ਚੁਣਿਆ ਹੈ ਤਾਂ ਜੋ ਫੇਰ ਕਦੀ ਕੋਈ ਮੁਲਕ ਕਿਸੇ ਦੂਸਰੇ ਮੁਲਕ ਤੇ ਕਾਬਜ ਨਾ ਹੋ ਸਕੇ, ਹਮਲਾਵਰ ਨਾ ਹੋ ਸਕੇ। ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ। ਆਰਡਰ ਆਰਡਰ। ਮੁਕੱਦਮੇ ਦੀ ਕਾਰਵਾਈ ਸੁਣਨ ਤੋਂ ਬਾਅਦ ਇਹ ਅਦਾਲਤ ਇਸ ਨਤੀਜੇ ਤੇ ਪਹੁੰਚੀ ਹੈ ਕਿ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ, ਟੂ ਬੀ ਹੈਂਗ ਟਿਲ ਡੈਥ। ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ। ਹੋਇਆ ਗੁਰੂ ਸੁਖਦੇਵ ਭਗਤ ਸਿੰਘ ਹੱਸ ਹੱਸ ਸਜ਼ਾ ਸੁਣਦੇ, ਉਹ ਹੱਸ ਹੱਸ ਸਜ਼ਾ ਸੁਣਦੇ। ਹੋਇਆ ਸਾ ਦੇਸ਼ ਨੂੰ ਆਜ਼ਾਦ ਕਰਾਉਣਾ ਤੇ ਭਾਵੇਂ ਪਵੇ ਫਾਂਸੀ ਚੜਨਾ, ਤੇ ਭਾਵੇਂ ਪਵੇ ਫਾਂਸੀ ਚੜਨਾ, ਤੇ ਭਾਵੇਂ ਪਵੇ ਫਾਂਸੀ ਚੜਨਾ, ਤੇ ਭਾਵੇਂ ਪਵੇ ਫਾਂਸੀ ਚੜਨਾ। ਭਗਤ ਸਿੰਘ, ਤੁਹਾਡੇ ਮਾਤਾ ਜੀ ਤੁਹਾਨੂੰ ਮਿਲਣ ਆਏ। ਲਿਆ ਭਗਤ, ਜੋ ਕਮਾਇਆ ਈ ਛੇਤੀ ਨਾ ਮੇਰੀ ਝੋਲੀ ਚ ਪਾ ਦੇ। ਆਲਾ ਮਾਂ, ਇਹ ਕੀ ਹੈ ਭਗਤ? ਇਹ ਮੇਰੀ ਤਿਖਾ ਦੀ ਮਿੱਟੀ ਹੈ ਮਾਂ, ਮੇਰੀ ਸਾਰੀ ਜ਼ਿੰਦਗੀ ਦੀ ਕਮਾਈ। ਕਦੀ ਵੀ ਕਿਸੇ ਪੁੱਤਰ ਨੇ ਅੱਜ ਤੱਕ ਆਪਣੀ ਮਾਂ ਨੂੰ ਇਹੋ ਜਿਹੀ ਕਮਾਈ ਦਿੱਤੀ ਹੈ? ਹਾਂ ਮਾਂ। ਮੈਂ ਬੜੀ ਭਾਗਾਂ ਵਾਲੀ ਹਾਂ। ਮਾਂ, ਤੂੰ ਕਿਆ ਕਰਦੀ ਸੀ ਨਾ, ਮੇਰਾ ਭਾਗਾਂ ਵਾਲਾ ਪੁੱਤ, ਅੱਜ ਤੇਰੇ ਪੁੱਤ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ। ਤੈਨੂੰ ਇਹ ਜੇਲ੍ਹ ਦੀਆਂ ਸਲਾਖਾਂ ਚੁੱਭਦੀਆਂ ਨਹੀਂ? ਨਹੀਂ ਤਾਂ ਤੂੰ ਸੌਂਦਾ ਨਹੀਂ, ਘੱਟ ਹੀ ਸੋਣਾ। ਜਾਗਦਾ ਹੀ ਰਹਿੰਦਾ ਹੈ। ਬਿਲਕੁਲ ਤੇ ਮੈਂ ਉਧਰ ਸਿਰ ਮੂੰਹ ਵਲੇਟ ਕੇ ਸੁੱਤੀ ਰਹਿੰਦੀ ਆ। ਮਾਂ, ਮੈਂ ਐਸੇ ਕਰਕੇ ਜਾਗਦਾ ਤਾਂ ਕਿ ਮੇਰੇ ਦੇਸ਼ ਦੀ ਹਰ ਮਾਂ ਚੈਨ ਦੀ ਨੀਂਦ ਸੌਂ ਸਕੇ। ਬਸੰਤੀ ਚੋਲੇ ਦਾ ਗੀਤ ਗਾਇਆ ਕਰਦਾ ਸੀ। ਬਸੰਤੀ ਚੋਲਾ ਗਾਉਣ ਵਾਲਿਆਂ ਨੂੰ ਕਾਲ ਕੋਠੜੀਆਂ ਨਹੀਂ ਸ਼ੋਭਦੀਆਂ, ਉਹਦੇ ਹੱਥ 'ਚ ਲੜਾਈ ਲੜ ਚੁੱਕਾ ਹਾਂ। ਨਹੀਂ ਪਾ, ਤੂੰ ਇਸ ਕੋਠੜੀ 'ਚ ਇਕੱਲਾ ਨਹੀਂ ਹੈ। ਤੂੰ ਆਪਣੇ ਨਾਲ ਬਗਾਵਤ ਬੰਨੀ ਬੈਠਾ ਹੈ। ਕਰ ਦੇ ਆਜ਼ਾਦ ਇਸ ਬਗਾਵਤ ਨੂੰ ਪੁੱਤਰਾ, ਕਰ ਦੇ ਆਜ਼ਾਦ। ਮਾਂ, ਐਸੇ ਕਰਕੇ ਪਿਤਾ ਜੀ ਨੇ ਵਾਇਸਰਾਏ ਨੂੰ ਅਪੀਲ ਕਰ ਮਾਰੀ। ਇੱਕ ਤੇ ਮੈਨੂੰ ਤੁਹਾਡੇ ਲੋਕਾਂ ਦੀ ਸਮਝ ਨਹੀਂ ਆਉਂਦੀ ਮਾਂ, ਕੀ ਹੋ ਗਿਆ ਤੁਹਾਨੂੰ? ਮਾਂ, ਯਾਦ ਕਰ, ਤੂੰ ਪਿਤਾ ਜੀ ਨੂੰ ਕਈ ਵਾਰ ਆਜ਼ਾਦੀ ਦੀ ਜੰਗ ਲਈ ਤੋੜਿਆ ਸੀ। ਚਾਚਾ ਜੀ ਨੂੰ ਤੂੰ ਆਪਣੇ ਹੱਥੀ ਤੋੜਿਆ ਤੇ ਮੇਰੇ ਵਿੱਚ ਸਮਝ ਤੋਂ ਮੁੱਕ ਗਿਆ।